मैदे दी तुसी खाली पेट एक गोली खा रहे हो? एक गोली खा रहे हैं और खाने तो बाद शरबत पीना होता है? नहीं, 2 गोलियां ते शरबत पीने। 2 गोलियां दे शरबत? हाँ जी। और शरबत खाने के बाद साथ 2 गोलियां? जी। अच्छा जी, ए ते मैदे ਲਈ ਚੱਲਦਾ ਪਿਆ जी ये मैं और बीपी ਦੀ गोली? एक्सटोर खा रहे हैं। पहले जो तो बीपी ज्यादा सी, एक ज़्यादा सी। सुबह और एक शाम खाए, अब एक कर दी उन्होंने। और बीपी ਦੀ गोली ਦੇ ਮੁਤਲਕ ਕੀ ਕਿਹਾ ਹੈ? कि बीपी की गोली जो है ना वो ये मुसलसल अब लग गई है आप। सारी जिंदगी खानी है? हाँ जी, ये कि अगर कम होता है तो फिर हम इसको आधा आधा करके छोड़ देंगे फिर। लेकिन डराया ही कि सारी जिंदगी गोली खानी है जी, क्या है ना बीपी ਦੀ गोली ਛੱਡਣੀ ਨਹੀਂ हाँ जी। ਕਿ ਨਹੀਂ? उन्होंने यही कहा कि छोड़नी नहीं है, ये ਛੋੜਨੀ खानी ਨਹੀਂ। है। हाँ। ਅਸੀਂ ਕੀ ਕਹਾਂਗੇ ਕਿ ਬੀਪੀ ਦੀ ਗੋਲੀ ਤੁਸੀਂ ਜ਼ਰੂਰ ਛੱਡੋਗੇ ਆਪਣੀ ਜ਼ਿੰਦਗੀ 'ਚ, ਤੇ ਤੁਸੀਂ ਛੱਡ ਵੀ ਦੇਣੀ ਹੈ, ਮਗਰ ਸਾਡੀ ਨਸੀਹਤ ਜ਼ੇਨ 'ਚ ਰੱਖਣੀ ਹੈ। ਉਹ ਪਤਾ ਕੀ ਹੈ ਮੇਰੀ ਭੈਣ, ਗੋਲੀ ਬੀਪੀ ਦੀ ਹਮੇਸ਼ਾ ਪਰਸ 'ਚ ਜ਼ਰੂਰ ਰੱਖਣੀ ਸਾਰੀ ਜ਼ਿੰਦਗੀ। अच्छा। ਅਸੀਂ ਜਦੋਂ ਇਲਾਜ ਕਰਾਂਗੇ ਇਹ ਗੋਲੀ ਛਿੜੀ ਜਾਏਗੀ, ਮਗਰ ਪਰਸ 'ਚ ਇਸ ਲਈ ਰੱਖਣੀ ਹੈ ਕਿ ਕਦੀ ਕਿਸੇ ਵੀ ਬੰਦੇ ਨੂੰ ਬੀਪੀ ਹੋ ਸਕਦਾ ਹੈ। ਕੱਲ ਨੂੰ ਅਚਾਨਕ 6 ਮਹੀਨੇ ਬਾਅਦ ਬੀਪੀ ਹੋ ਜਾਏ ਤੇ ਅਗਲੇ ਕਹਿਣ ਲਓ ਜੀ ਵੇਖਿਆ ਬੀਪੀ ਦੀ ਗੋਲੀ ਛੱਡੀ, ਕੀਮ ਦੇ ਕਹਿਣ ਤੇ ਕੰਮ ਖਰਾਬ ਹੋ ਗਿਆ। ਛੱਡਣੀ ਜ਼ਰੂਰ ਹੈ ਇਨਸ਼ਾਅੱਲਾ, ਲੇਕਿਨ ਇੱਕਦਮ ਨਹੀਂ। 5 10 15 20 ਦਿਨ ਮਹੀਨੇ 'ਚ ਇਹਨੂੰ ਛੱਡ ਦਾਂਗੇ ਅੱਲਾ ਖੈਰ ਕਰੇ। ਹੋ ਸਕਦਾ 3 ਦਿਨਾਂ ਬਾਅਦ ਛੜੀ ਜੇ, ਮੇਰੇ ਬੇਸ਼ੁਮਾਰ ਪੇਸ਼ੈਂਟ ਛੱਡ ਦਿੰਦੇ ਨੇ, ਲੇਕਿਨ ਇਹ ਬੀਪੀ ਦੀ ਗੋਲੀ ਜ਼ਰੂਰ ਹਮੇਸ਼ਾ ਪਰਸ 'ਚ ਰੱਖਣੀ ਤਾਂ ਕਿ ਇਹ ਇਲਜ਼ਾਮ ਨਾ ਆਏ ਜੀ ਐਵੇਂ ਛੱਡ ਦਿੱਤੀ, ਕਿਉਂ ਛੱਡੀ। ਕਦੀ ਹੋਏ ਤੇ ਖਾ ਲਓ, ਫਿਰ ਕਿਹੜੀ ਗੱਲ ਹੈ, ਉਹ ਐਮਰਜੈਂਸੀ ਕੋਈ ਵੀ ਖਾ ਲਓ। ਹੁਣ ਮੈਦੇ ਦੀ ਵੀ ਦੇਖੋ ਨਾ, ਤੁਸੀਂ ਗੋਲੀਆਂ ਖਾ ਰਹੇ ਹੋ, ਇੱਕ ਪਹਿਲੇ ਖਾਲੀ ਪੇਟ, ਫਿਰ 2 ਬਾਅਦ 'ਚ ਨਾਲ ਸ਼ਰਬਤ, ਫਿਰ ਉਸ ਤੋਂ ਬਾਅਦ ਕੋਲੇਸਟ੍ਰੋਲ ਦੀ ਵੀ ਗੋਲੀ ਖਾ ਰਹੇ ਹੋ। हाँ जी, कोलेस्ट्रॉल दी भी 2 ने। 2 ਗੋਲੀਆਂ ਖਾ ਰਹੇ ਹੋ, ਤੇ ਇੰਨੀਆਂ ਗੋਲੀਆਂ ਖਾਂਦਿਆਂ ਅਸੀਂ ਕੀ ਸਮਝਾਂਗੇ ਮਰਜ਼ਾਂ ਠੀਕ ਹੋ ਜਾਣੀਆਂ ਨੇ? ਇਹ ਮਰਜ਼ਾਂ ਮੇਰੀ ਭੈਣ ਅੱਗਾ ਵਧੀ ਜਾਣੀਆਂ ਨੇ। ਇਹ ਗੋਲੀਆਂ ਖਾਣ ਨਾਲ ਤੇਰਾ ਖੂਨ ਅੱਗੇ ਗਾੜਾ ਹੈ। जी 18 19 ਸਾਲ ਹੋ ਗਏ ਨਾ ਸਿਰ ਦੀ ਦਰਦ ਨੂੰ, ਜੀ, ਜੀ। ਤੇ ਖੂਨ ਹੋਰ ਗਾੜਾ ਹੋ ਜਾਣਾ ਕੱਲ ਨੂੰ। ਖੂਨ ਨੂੰ ਪਤਲਾ ਕਰਨ ਦਾ ਇੱਕ ਬਿਹਤਰੀਨ ਤਰੀਕਾ ਹੈ ਕਿ ਗੁਰਦਿਆਂ ਦੇ ਰਸਤੇ ਖੂਨ 'ਚੋਂ ਫਾਸਦ ਮਾਦੇ ਪਿਸ਼ਾਬ ਛੋਟੇ ਜਿਹੇ ਸ਼ਾਮਲ ਹੋ ਕੇ ਯੂਰਨ ਦੇ ਰਸਤੇ ਬਾਹਰ ਆਉਣ। ਖੂਨ ਪਤਲਾ ਹੋ ਜਾਏਗਾ, ਰੰਗ ਸਾਫ਼ ਹੋ ਜਾਏਗਾ, ਨਾਖੂਨ ਲਾਲ ਹੋ ਜਾਣਗੇ, ਅੱਖਾਂ ਹੋਂਠ ਲਾਲ ਹੋ ਜਾਣਗੇ, ਠੀਕ ਹੈ ਜੀ, ਸਾਰਾ ਕੁਝ ਲਾਲ ਲਾਲ ਹੋ ਜਾਏਗਾ। ਕਾਲਾ ਕਾਲਾਪਨ ਜਿਹੜਾ ਹੈ ਨਾ, ਪੈਰਾਂ ਦੇ ਨਾਖੂਨ ਸਾਰੇ ਗਲ ਸੜ ਕੇ ਕਾਲੇ ਹੋ ਗਏ, ਜਾਂ ਹੱਥਾਂ ਦੇ ਨਾਖੂਨ ਕਈਆਂ ਦੇ ਕਾਲੇ ਹੋ ਜਾਂਦੇ ਨੇ, ਜਾਂ ਇਹ ਹੱਥਾਂ ਦੀਆਂ ਤਲੀਆਂ ਦੀਆਂ ਲਾਈਨਾਂ ਕਾਲੀਆਂ ਹੁੰਦੀਆਂ, ਇਹ ਸਾਰਾ ਕੁਝ ਸਾਫ਼ ਹੋ ਜਾਏਗਾ। ਜਦੋਂ ਇਹ ਸਾਫ਼ ਹੋਏਗਾ ਤੁਸੀਂ ਪੱਕੇ ਪੱਕੇ ਤੰਦਰੁਸਤ ਹੋ। डॉक्टर साहब ਤੇ दूसरा ਫਿਰ ਸਭ ਤੋਂ ਵੱਡੀ ਚੀਜ਼ ਜਿਹੜੀ ਤੁਹਾਡੇ ਮਿਹਦੇ ਦੇ ਅੰਦਰ ਗੈਸ ਜ਼ਾਬੀਅਤ ਬਣਦੀ, ਉਹ ਬਿਲਕੁਲ ਨਹੀਂ बननी चाहिए। डॉक्टर साहब अब ये मसला नहीं कि मैंने अब रोटी खाई ना, दाल चने की बनाई थी, मैंने एक रोटी खाई है। ਦਾਲ ਕਿਸੇ ਸੂਰਤ ਨਹੀਂ ਖਾ ਸਕਦੇ ਅਸੀਂ। ਹਰ ਮਰੀਜ਼ ਨੂੰ ਆਪਣੀ ਪਰਚੀ ਦਾਲਾਂ ਲਾਜ਼ਮੀ ਕੱਟ ਕੇ ਦੇਣੀ ਹੈ। ਮਿਸਾਲ ਦੇ ਤੌਰ ਤੇ ਕਈ ਦਾ ਗਲਤੀ ਨਾਲ ਵੀ ਦਾਲ ਨਹੀਂ ਖਾਣੀ, ਗਲਤੀ ਨਾਲ ਤੁਸੀਂ ਸੇਬ ਨਹੀਂ ਖਾ ਸਕਦੇ, ਖਾ ਰਹੇ ਸੇਬ ਗਲਤੀ ਨਾਲ ਨਹੀਂ ਖਾ ਸਕਦੇ, ਤੇ ਪਰਾਠਾ ਨਹੀਂ ਖਾ ਸਕਦੇ। दूध पी रहे हो? नहीं नहीं, ना दूध पी रहे ना पराठा खा रहे। हाँ। चावल खा लेंदे हो? चावल कभी कभार। आलू खा लेंदे हो? हाँ जी, आलू खाने। गलती ਨਾਲ ਵੀ ਨਹੀਂ ਖਾ ਸਕਦੇ ਤੁਸੀਂ। ਕਮ ਸੇ ਕਮ ਅੱਗੇ 2 4 6 ਮਹੀਨੇ ਆਲੂ ਛੱਡੋ ਹੈ, ਇੱਕ ਵਾਰੀ ਜ਼ਿੰਦਗੀ ਠੀਕ ਹੋ ਜਾਏ ਫਿਰ ਖਾ ਲਾ ਕਰਾਂਗੇ। आलू का शोरबा भी नहीं खा सकते। शोरबा चलो गुजारा कर लांगे लाजमी, लेकिन फिलहाल छड़ना चाहिए। तमाम बाती चीज़ें एक दफ़ा छो, अपना मिजाज बदलो। और चिड़चिड़ापन इतना है कि बच्चे वो थोड़ा सारा इस ਜਿਹੜਾ ਖੁਸ਼ਕ ਗਰਮ ਮਿਜ਼ਾਜ ਦੇ ਵਿੱਚ ਜਿਵੇਂ ਅਸੀਂ ਦੱਸਨੇ ਹੁੰਦੇ ਆ, ਦੱਸ ਵੀ ਰਹੇ ਹਾਂ, ਖੂਨ ਗਾੜਾ ਹੈ, ਸਦਾਬੀਅਤ ਹੈ, ਗੈਸ ਜ਼ਾਬੀਅਤ ਹੈ, ਜਿਸਮ ਦਰਦ ਹੈ, ਸਾਰਾ ਕੁਝ ਹੈ, ਕਿਉਂਕਿ ਤੁਹਾਡਾ ਦਿਲ ਵਾਲਾ ਮਿਜ਼ਾਜ ਹੈ। ਜਿਗਰ ਬਿਲਕੁਲ ਸਲੋ ਕੰਮ ਕਰ ਰਿਹਾ ਹੈ, ਕੰਮ ਕਰ ਨਹੀਂ ਕਰ ਰਿਹਾ, ਜਿਹਦੇ ਨੂੰ ਕੰਮ ਤੇ ਲਾਣਾ ਹੈ ਤਾਂ ਕਿ ਫਾਸਦ ਮਾਦੇ, ਹੀਟ, ਗਰਮੀ ਸਭ ਕੁਝ ਨਿਕਲੇ ਯੂਰਨ ਦੇ ਰਸਤੇ, ਪਖਾਨੇ ਦੇ ਰਸਤੇ ਔਰ ਪਸੀਨੇ ਦੇ ਰਸਤੇ। ਫਿਰ ਤੁਹਾਡਾ ਜਿਹੜਾ ਦਿਮਾਗ ਹੈ ਉਹ ਬਹੁਤ ਜ਼ਿਆਦਾ ਕਮਜ਼ੋਰੀ ਵਾਲੀ ਸਟੇਜ ਤੇ ਖੜਾ ਹੈ, ਉਹਨੂੰ ਤਾਕਤਾਂ ਮਿਲਣਗੀਆਂ, ਉਹ ਗੁੱਸੇ ਨੂੰ, ਹਰ ਚੀਜ਼ ਨੂੰ ਬਰਦਾਸ਼ਤ ਕਰ। ਹੁਣ ਮੇਰੀ ਭੈਣ ਤੁਹਾਨੂੰ ਗੁੱਸਾ ਤੇ ਆਏਗਾ, 5 ਦੇ ਗੋਲੀਆਂ ਖਾ ਰਹੇ ਹੋ, ਆਪਣੇ ਆਪ ਤੇ ਜ਼ਿੰਦਗੀ ਤੰਦਰੁਸਤ ਚੱਲਦੀ ਨਹੀਂ ਪਈ। ਬਗੈਰ ਗੋਲੀਆਂ ਦੇ ਤੁਹਾਨੂੰ ਕਹਿ ਦਿੱਤਾ ਗਿਆ ਤੁਸੀਂ ਰਹਿ ਨਹੀਂ ਸਕਦੇ, ਖਾਣੀਆਂ ਨੇ ਡਰਾਇਆ ਗਿਆ। ਕੋਲੇਸਟ੍ਰੋਲ ਕਾਹਦੇ ਲਈ? ਕੋਲੇਸਟ੍ਰੋਲ ਦੀ ਗੋਲੀ ਖੂਨ ਪਤਲਾ ਕਰਨ ਲਈ ਹੈ ਨਾ, ਕਿ ਚਰਬੀਆਂ ਜਿਸਮ 'ਚੋਂ ਨਿਕਲਣ। ਖੂਨ ਪਤਲਾ ਇੰਜ ਤੇ ਸਾਰੀ ਉਮਰ ਨਹੀਂ ਹੋਣਾ। ਦੇਖੋ ਨਾ, ਚੀਨੀ ਦਾ 1 ਕਿਲੋ ਪਾਣੀ 'ਚ ਅਗਰ ਅੱਧਾ ਕਿਲੋ ਜਾਂ ਕਿਲੋ ਚੀਨੀ ਪਾ ਦਈਏ, ਉਹਦਾ ਸ਼ਰਬਤ ਬਣਾ ਦਿਓ, ਗਾੜਾ ਹੋ ਜਾਏਗਾ। ਉਹਨੂੰ ਚੁੱਲ੍ਹੇ ਤੋਂ ਲਾ ਕੇ ਥੱਲੇ ਰੱਖਾਂਗੇ, ਥੋੜ੍ਹੀ ਦੇਰ ਬਾਅਦ ਜਾਂ 2-4 ਘੰਟਿਆਂ ਬਾਅਦ ਸਵੇਰੇ ਵੇਖਾਂਗੇ ਤਾਂ ਗਾੜਾ ਹੋਏਗਾ, ਥੱਲੇ ਚੀਨੀ ਜੰਮੀ ਹੋਏਗੀ। ਉਹਦੇ ਚਮਚ ਫੇਰਾਂਗੇ, ਨਹੀਂ ਫਿਰੇਗੀ। ਫਿਰ ਤਵੇ 'ਤੇ ਰੱਖ ਕੇ ਅਗਰ ਉਹਨੂੰ ਗਰਮ ਕਰ ਦਈਏ ਤੇ ਫਿਰ ਉਹਦੇ ਚਮਚ ਆਰਾਮ ਨਾਲ ਫਿਰੇਗਾ। ਇਹਦਾ ਮਤਲਬ ਇਹ ਨਹੀਂ ਕਿ ਉਹ ਪਤਲਾ ਹੋ ਗਿਆ, ਪਾਣੀ ਪਤਲਾ ਹੋ ਗਿਆ, ਨਹੀਂ, ਸਿਰਫ ਗਰਮ ਹੋਣ ਦੀ ਵਜ੍ਹਾ ਤੋਂ ਉਹਦੇ ਚਮਚ ਫਿਰਦਾ ਪਿਆ। ਠੰਡਾ ਹੋਏਗਾ ਖੂਨ, ਫਿਰ ਗਾੜਾ, ਉਹ ਖੂਨ ਜਿਵੇਂ ਗਾੜਾ ਹੋ ਜਾਂਦਾ ਐਵੇਂ ਉਹ ਚੀਨੀ ਗਾੜੀ ਹੋ ਕੇ ਫਿਰ ਥੱਲੇ ਜੰਮ ਜਾਏਗੀ। सर दूसरा मसला है कि ਅਸੀਂ ਚੀਨੀ ਜਿੰਦੇ ਤੱਕ ਪਾਣੀ 'ਚੋਂ ਨਹੀਂ ਕੱਢਾਂਗੇ, ਤੁਹਾਡੀ ਜ਼ਿੰਦਗੀ ਸੌਖੀ ਨਹੀਂ ਹੋਏਗੀ। ਯਾਨੀ ਕਿ ਤੁਹਾਡੇ ਖੂਨ 'ਚੋਂ ਫਾਜ਼ਤ ਮਾਦੇ ਕੱਢਣੇ ਸੀ, ਔਰ ਉਹ ਅੱਲਾਹ ਤਾਲਾ ਨੇ ਉਹਦੇ ਲਈ ਇੱਕੋ ਪੁਰਜ਼ਾ ਲਾਇਆ, ਗੁਰਦਾ। ਤੇ ਜੋ ਗੁਰਦਾ ਕੰਮ ਕਰਨ ਲੱਗ ਗਿਆ ਤੇ ਸਾਰਾ ਕੁਝ ਠੀਕ ਹੋ ਜਾਏਗਾ। ਪਰੇਸ਼ਾਨ ਕਿਉਂ ਹੋ ਰਹੇ? 19 ਸਾਲ ਤੇ ਤੁਹਾਡੀ ਨਸੀਬਾਂ ਦੀ ਗੱਲ ਹੈ, ਨਿਕਲ ਕੇ ਸਿਰ ਦਰਦ 'ਚ, ਨਹੀਂ ਤੇ ਨਿਕਲਣੇ ਨਹੀਂ ਸੀ। ਜੇ ਪਹਿਲੇ ਦਿਨ ਤੋਂ ਕਿਸੇ ਕੋ ਗਏ ਸੀ, ਇੰਨੇ ਤੁਸੀਂ ਪਤਾ ਨਹੀਂ ਕਿੱਥੇ ਕਿੱਥੇ ਅੱਛੇ ਤੋਂ ਅੱਛੀਆਂ ਜਗ੍ਹਾ ਤੇ ਗਏ ਹੋ ਨਾ। निजी बड़े जगह ते सी गए, लेकिन ਤੇ ਜੇ ਉਹਨਾਂ ਨੇ ਕੋਈ ਤੁਹਾਡੀ ਸੋਚ ਸਮਝ ਕੇ ਕੋਈ ਰਿਪੋर्ट, ਕੋਈ ਖੂਨ ਦੀ ਰਿਪੋर्ट, ਖੂਨ ਦਾ ਗਾੜਾਪਨ, ਕੋਈ ਖਾਣ ਪੀਣ ਦੀ ਚੀਜ਼, ਕੋਈ ਸੇਬ, ਕੋਈ ਰਿਪੋਰਟ ਨਹੀਂ ਡਾਕਟਰ ਸਾਹਿਬ ਲਈ। ਇਹ ਪਹਿਲੇ ਡਾਕਟਰ ਨੇ ਇੱਥੇ ਸਾਡੇ ਘਰ ਦੇ ਨਾਲ ਹੀ ਹਸਪੀਟਲ ਸੀ। ਅਚਾਨਕ ਰਾਤ ਨੂੰ 2:30 ਵਜੇ ਮੇਰੀ ਤਬੀਅਤ ਖਰਾਬ ਹੋਈ ਤੇ ਅਸੀਂ ਗਏ ਤਾਂ ਉਹਨਾਂ ਨੇ ਕਿਹਾ BP 210 ਹੈ ਤੁਹਾਡਾ। ਚਲੋ ਅੱਲਾ ਖੈਰ ਕਰੇਗਾ, ਠੀਕ ਹੋ ਜਾਏਗਾ। ਬੀਪੀ ਵੀ ਪਰੇਸ਼ਾਨ ਨਹੀਂ ਹੋਣਾ।